ਬਿਲਾਵਲ ਮਹੱਲਾ ਪੰਜਵਾ। ਸਰਬ ਕਲਿਆਣ ਕੀਏ ਗੁਰਦੇਵ। ਪਾਵਨ ਸ਼ਬਦ ਧੰਨ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਬਿਲਾਵਲ ਰਾਗ ਦੇ ਅੰਦਰ। ਇਸ ਪਾਵਨ ਸ਼ਬਦ ਦੇ ਅੰਦਰ ਗੁਰੂ ਜੀ ਨੇ ਸੇਵਕ ਦੀ ਵੱਡੀ ਵਡਿਆਈ, ਸੇਵਾ ਕਰਕੇ ਗੁਰੂ ਦੇ ਦਰ ਤੋਂ ਦਾਤਾਂ ਪ੍ਰਾਪਤ ਕਰਨ ਦਾ ਸਾਧਨ, ਗੁਰਸਿੱਖ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ ਹੈ, ਉਸ ਦੀ ਉਪਮਾ ਬਿਆਨ ਕੀਤੀ ਹੈ। ਕਥਾ ਦੇ ਕਈ ਪ੍ਰਕਾਰ ਦੇ ਨਿਯਮ ਹੁੰਦੇ ਨੇ, ਉਹਨਾਂ ਵਿੱਚੋਂ ਇੱਕ ਨਿਯਮ ਹੈ ਅਨਵੇਂ ਕਰਕੇ। ਇਹ ਜਿਹੜਾ ਅਨਵੇਂ ਕਰਕੇ ਨਿਯਮ ਹੈ, ਇਹ ਜਿਹੜੀ ਪਹਿਲੀ ਤੁਕ ਹੁੰਦੀ ਹੈ ਉਹਨੂੰ ਛੱਡ ਕੇ ਤੇ ਉਸ ਤੋਂ ਅਗਲੀ ਤੁਕ ਦਾ ਅਰਥ ਪਹਿਲੂ ਕਰਨਾ, ਤੇ ਪਿਛਲੀ ਤੁਕ ਦਾ ਅਰਥ ਜਿਹੜੀ ਛੱਡੀ ਹੁੰਦੀ ਹੈ ਉਹਦਾ ਬਾਅਦ ਵਿੱਚ ਕਰਨਾ, ਇਹਨੂੰ ਕਹਿੰਦੇ ਨੇ ਅਨਵੇਂ ਕਰਕੇ ਅਰਥ ਕੀਤਾ। ਕਿਉਂਕਿ ਧੰਨ ਗੁਰਬਾਣੀ ਦੇ ਅੰਦਰ ਕਈ ਸ਼ਬਦ ਇਸ ਤਰ੍ਹਾਂ ਦੇ ਨੇ, ਕਈ ਤੁਕਾਂ ਇਸ ਤਰ੍ਹਾਂ ਦੀਆਂ ਨੇ, ਜਦੋਂ ਤੱਕ ਅਗਲੀ ਤੁਕ ਦਾ ਅਰਥ ਨਾ ਸਮਝ ਆਵੇ ਉਦੋਂ ਤੱਕ ਪਹਿਲੀ ਤੁਕ ਜਿਹੜੀ ਉਹਦਾ ਅਰਥ ਨਹੀਂ ਸਮਝ ਆਉਂਦਾ। ਧੰਨ ਗੁਰੂ ਜੀ ਨੇ ਪਹਿਲੀ ਤੁਕ ਦਰਜ ਕੀਤੀ ਹੈ, ਸਰਬ ਕਲਿਆਣ ਕੀਏ ਗੁਰਦੇਵ, ਸਾਰਿਆਂ ਦਾ ਹੀ ਭਲਾ ਹੋ ਗਿਆ ਸੱਚੇ ਸਤਿਗੁਰ ਦੇ ਦਰ ਤੋਂ। ਤੇ ਅਗਲੀ ਤੁਕ ਹੈ ਸੇਵਕ ਆਪਣੀ ਲਾਇਓ ਸੇਵ। ਹੁਣ ਪਹਿਲੋਂ ਆਪਾਂ ਇਸ ਦਾ ਅਰਥ ਕਰਾਂਗੇ। ਸੇਵਕ ਆਪਣੀ ਲਾਇਓ ਸੇਵ। ਸੇਵਕ ਸੇਵਾ ਕਰਨ ਵਾਲੇ ਨੂੰ ਆਖਿਆ ਜਾਂਦਾ ਹੈ। ਜੋ ਗੁਰੂ ਦੀ ਸੇਵਾ ਕਰਦਾ ਹੈ ਉਹ ਗੁਰੂ ਦਰ ਦਾ ਸੇਵਕ ਹੈ। ਆਪਣੀ ਲਾਇਓ ਸੇਵ, ਤੇ ਗੁਰੂ ਮਹਾਰਾਜ ਜੀ ਸੇਵਕ ਨੂੰ ਹੀ ਆਪਣੀ ਸੇਵਾ ਦੇ ਵਿੱਚ ਲਾਉਂਦੇ ਹਨ। ਆਪਣੀ ਲਾਇਓ ਸੇਵ, ਅਸੀਂ ਧੱਕੇ ਦੇ ਨਾਲ ਸੇਵਾ ਨਹੀਂ ਕਰ ਸਕਦੇ। ਜੇ ਉਹਨੂੰ ਪ੍ਰਵਾਨ ਹੋਵੇ, ਉਹਨੂੰ ਮਨਜ਼ੂਰ ਹੋਵੇ ਤੇ ਫਿਰ ਉਹ ਸਾਨੂੰ ਸੇਵਾ ਦੇ ਵਿੱਚ ਲਾਉਂਦਾ ਹੈ। ਸੇਵਕ ਸੇਵਾ ਦੇ ਵਿੱਚ ਜਿਸ ਨੂੰ ਲਾ ਲੈਂਦਾ ਹੈ ਫਿਰ ਉਹ ਸੇਵਕ ਬਣ ਜਾਂਦਾ ਹੈ। ਭਾਈ ਮੰਝ ਜੀ ਸਨ, ਇਹਨਾਂ ਤੇ ਧੰਨ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਕਿਰਪਾ ਹੋਈ ਤੇ ਗੁਰੂ ਜੀ ਨੇ ਸੇਵਾ ਦੇ ਵਿੱਚ ਲਾ ਲਿਆ। ਇਸੇ ਤਰ੍ਹਾਂ ਧੰਨ ਗੁਰੂ ਅੰਗਦ ਦੇਵ ਜੀ ਸੱਚੇ ਸਤਿਗੁਰ ਧੰਨ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਦੇ ਵਿੱਚ ਆਏ ਤੇ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ ਭਾਈ ਲਹਿਣਾ ਜੀ ਨੂੰ ਸੇਵਾ ਦੇ ਵਿੱਚ ਲਾ ਲਿਆ ਤੇ ਗੁਰੂ ਅੰਗਦ ਦੇਵ ਜੀ ਦੀ ਪਦਵੀ ਪ੍ਰਾਪਤ ਹੋਈ। ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਸੇਵਕ ਬਣ ਕੇ ਆਏ ਨੇ, ਸੇਵਾ ਦੇ ਵਿੱਚ ਗੁਰੂ ਨੇ ਲਾ ਲਏ। 12 ਸਾਲ ਸੇਵਾ ਕਰਕੇ ਤੇ ਗੁਰਤਾ ਗੱਦੀ ਦੀ ਦਾਤ, ਸਭ ਤੋਂ ਵੱਡੀ ਦਾਤ ਹੈ ਜਿਹੜੀ ਉਹ ਧੰਨ ਗੁਰੂ ਅਮਰਦਾਸ ਜੀ ਨੇ ਪ੍ਰਾਪਤ ਕੀਤੀ। ਇਹ ਸੇਵਾ ਦੇ ਕਈ ਰੂਪ ਨੇ। ਅੱਜ ਜੇ ਆਪਾਂ ਵਰਤਮਾਨ ਨੂੰ ਵਿਚਾਰਨਾ ਕਰੀਏ, ਜਿਹੜਾ ਹੁਣ ਸਮਾਂ ਚੱਲ ਰਿਹਾ ਹੈ, ਸਾਡੇ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰੂ ਮਹਾਰਾਜ ਜੀ ਗਿਆਨ ਦੀ ਦਾਤ ਬਖਸ਼ਿਸ਼ ਕਰਦੇ ਨੇ, ਸਾਡੀ ਸਭ ਤੋਂ ਵੱਡੀ ਇਹਦੇ ਤੇ ਸ਼ਰਧਾ ਹੋਣੀ ਚਾਹੀਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਅੰਦਰ ਜੋ ਗੁਰੂ ਜੀ ਨੇ ਸਾਨੂੰ ਗਿਆਨ ਦੀ ਦਾਤ ਬਖਸ਼ਿਸ਼ ਕੀਤੀ ਹੈ, ਸਾਡੇ ਅੰਦਰ ਇਸ ਗੱਲ ਦੀ ਦ੍ਰਿੜਤਾ ਹੋਣੀ ਚਾਹੀਦੀ ਹੈ ਵੀ ਧੰਨ ਗੁਰੂ ਮਹਾਰਾਜ ਜੀ ਦਾ ਇਹ ਬਖਸ਼ਿਸ਼ ਕੀਤਾ ਹੋਇਆ ਜੋ ਗਿਆਨ ਹੈ ਇਹ ਸੱਚ ਸਰੂਪ ਹੈ। ਇਹ ਬਾਣੀ ਜਿਹੜੀ ਹੈ ਇਹ ਸਤ ਸਰੂਪ ਹੈ। ਤੇ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਅੰਦਰ ਇਸ ਤਰ੍ਹਾਂ ਦ੍ਰਿੜਤਾਈ ਦੇ ਨਾਲ ਜੋ ਸ਼ਰਧਾ ਰੱਖਣੀ ਹੈ, ਇਹ ਵੀ ਇੱਕ ਬੜੀ ਵੱਡੀ ਸੇਵਾ ਹੈ। ਉਪਰੰਤ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਨੂੰ ਵਿਚਾਰਨਾ, ਗੁਰਬਾਣੀ ਨੂੰ ਪੜ੍ਹਾਉਣਾ, ਇਹ ਵੀ ਸੇਵਾ ਦੇ ਵਿੱਚ ਆਉਂਦਾ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨਾ, ਰੁਮਾਲੇ ਸਾਹਿਬ ਦੀ ਸੇਵਾ ਕਰਨੀ, ਦਰਬਾਰ ਸਾਹਿਬ ਦੀ ਸੇਵਾ ਕਰਨੀ, ਸੰਗਤ ਦੀ ਸੇਵਾ ਕਰਨੀ, ਇਹ ਸਾਰੀ ਗੁਰੂ ਦੀ ਸੇਵਾ ਦੇ ਵਿੱਚ ਹੈ। ਸੇਵਕ ਆਪਣੀ ਲਾਇਓ ਸੇਵ, ਤੇ ਜਿਹਨੂੰ ਆਪਣੀ ਸੇਵਾ ਦੇ ਵਿੱਚ ਲਾ ਲੈਂਦਾ ਉਹ ਸੇਵਕ ਬਣਦਾ। ਹੁਣ ਸੇਵਾ ਦੇ ਵਿੱਚ ਕਿਹਨੂੰ ਲਾਉਂਦਾ ਹੈ? ਮਨੁੱਖ ਜਿਹੜਾ ਇਹਦੇ ਅੰਦਰ ਜੋ ਚੱਲ ਰਿਹਾ ਹੁੰਦਾ ਹੈ, ਮਨ ਦੇ ਵਿੱਚ
ਉਸ ਤਰ੍ਹਾਂ ਜਦੋਂ ਮਨੁੱਖ ਦਾ ਜੀਵਨ ਛੁੱਟ ਜਾਂਦਾ ਹੈ ਤੇ ਫਿਰ ਅਗਲੇ ਜਨਮ ਦੇ ਵਿੱਚ ਉਸ ਨੂੰ ਉਸੇ ਤਰ੍ਹਾਂ ਦੀ ਕਿਰਤ ਮਿਲਦੀ ਹੈ। ਧੰਨ ਗੁਰਬਾਣੀ ਤੋਂ ਆਪਾਂ ਨੂੰ ਗਿਆਨ ਮਿਲਿਆ। ਗੁਰੂ ਮਹਾਰਾਜ ਜੀ ਨੇ ਆਪਾਂ ਨੂੰ ਦੱਸਿਆ, ਪਿੱਛੇ 2 ਦਿਨ ਹੋਏ ਨੇ ਆਪਾਂ ਸ਼ਬਦ ਵਿਚਾਰਿਆ ਸੀ ਕਿਰਤ ਕੇ ਬਾਂਧੇ, ਵੀ ਅਸੀਂ ਕਿਰਤ ਦੇ ਨਾਲ ਬੱਝੇ ਹੋਏ ਹਾਂ। ਤੇ ਇਹ ਕਿਰਤ ਜਿਹੜੀ ਇਹਦੇ ਨਾਲ ਕਿਉਂ ਬੱਝੇ ਹਾਂ? ਕਿਉਂਕਿ ਪਿਛਲੇ ਜਨਮ ਦੇ ਵਿੱਚ, ਪਿਛਲੀਆਂ ਜਨਮਾਂਤਰਾਂ ਦੇ ਵਿੱਚ, ਮੈਂ ਇੱਕ ਜਨਮ ਦੀ ਵੀ ਗੱਲ ਨਹੀਂ ਕਰਦਾ, ਪਿਛਲੇ ਜਨਮਾਂਤਰਾਂ ਦੇ ਵਿੱਚ ਅਸੀਂ ਜੋ ਕਰਮ ਕੀਤੇ ਨੇ ਉਹਨਾਂ ਕਰਮਾਂ ਦੇ ਅਨੁਸਾਰ ਸਾਨੂੰ ਕਿਰਤ ਮਿਲ ਗਈ ਹੈ ਤੇ ਉਹ ਕਿਰਤ ਦੇ ਨਾਲ ਅਸੀਂ ਬੱਝੇ ਹਾਂ। ਉਹੀ ਕਿਰਤ ਕਰਨੀ ਪਏਗੀ, ਹੋਰ ਕਿਰਤ ਨਹੀਂ ਹੋਏਗੀ। ਸੋ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਨੇ ਇਹ ਸਾਡੀ ਕਿਰਤ ਦੇ ਵਿੱਚ ਲਿਖ ਦਿੱਤਾ ਹੈ ਵੀ ਇਹਨੂੰ ਅਸੀਂ ਸੇਵਾਦਾਰ ਬਣਾਉਣਾ ਹੈ। ਸੇਵਕ ਆਪਣੀ ਲਾਇਓ ਸੇਵ, ਤੇ ਉਹਨੂੰ ਫਿਰ ਗੁਰੂ ਮਹਾਰਾਜ ਜੀ ਸੇਵਕ ਬਣਾ ਕੇ ਆਪਣੀ ਸੇਵਾ ਦੇ ਵਿੱਚ ਲਾ ਲੈਂਦੇ ਨੇ। ਹੁਣ ਸੇਵਕ ਬਣ ਗਏ, ਸੇਵਕ ਨੂੰ ਜਦੋਂ ਸੇਵਾ ਦੇ ਵਿੱਚ ਲਾ ਲਿਆ, ਸਰਬ ਕਲਿਆਣ, ਸਰਬ ਦਾ ਅਰਥ ਹੁੰਦਾ ਸਾਰੇ ਦੇ ਸਾਰੇ, ਕਲਿਆਣ ਦਾ ਅਰਥ ਹੁੰਦਾ ਹੈ ਸੁਖ। ਕੀਏ ਗੁਰਦੇਵ, ਗੁਰਦੇਵ ਦੇਵਾਦੀ ਦੇਵ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਨੇ। ਤੇ ਗੁਰੂ ਨਾਨਕ ਦੇਵ ਜੀ ਦੇ ਦਰ ਤੋਂ ਉਸ ਗੁਰਮੁਖ ਪਿਆਰੇ ਨੂੰ ਸਾਰੇ ਪ੍ਰਕਾਰ ਦੇ ਜਿਹੜੇ ਸੁਖ ਨੇ ਇਹ ਪ੍ਰਾਪਤ ਹੋ ਜਾਂਦੇ ਹਨ ਜੀ। ਬਿਗਨ ਨਾ ਲਾਗੈ ਜਪ ਅਰਥ ਅਭੇਵ। ਹੁਣ ਧੰਨ ਗੁਰੂ ਮਹਾਰਾਜ ਜੀ ਅੱਗੇ ਤੀਜੀ ਤੁਕ ਦੇ ਵਿੱਚ ਇਹ ਵੀ ਦੱਸਦੇ ਨੇ, ਜਿਹਨੂੰ ਆਪ ਪਰਮਾਤਮਾ ਤਰੁੱਠ ਕੇ ਸੇਵਾ ਦੇ ਵਿੱਚ ਲਾ ਲੈਂਦਾ ਏ, ਫਿਰ ਉਸ ਦੀ ਸੇਵਾ ਦੇ ਵਿੱਚ ਵਿਘਨ ਵੀ ਕੋਈ ਨਹੀਂ ਪੈਣ ਦਿੰਦਾ। ਬਿਗਨ ਨਾ ਲਾਗੈ ਜਪ ਅਲਖ ਅਭੇਵ। ਜੇ ਉਹ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ, ਸੇਵਾ ਕਰਦਾ ਤੇ ਉਹਨੂੰ ਵਿਘਨ ਵੀ ਕੋਈ ਨਹੀਂ ਲੱਗਦਾ। ਇਸ ਦੇ ਨਾਲ ਹੀ ਇਹ ਪਹਿਲੀ ਪੌੜੀ ਹੈ ਜਿਹੜੀ ਇਹ ਸੰਪੰਨ ਹੋਈ ਹੈ। ਹੁਣ ਇਹ 3 ਤੁਕਾਂ ਨੇ ਪਹਿਲੀ ਪੌੜੀ ਦੇ ਅੰਦਰ। ਇਹਨਾਂ ਤਿੰਨਾਂ ਨੂੰ ਆਪਾਂ ਇੱਕ ਵਾਰੀ ਫਿਰ ਪੜਾਂਗੇ, ਫਿਰ ਇਹਨਾਂ ਨੂੰ ਵਿਚਾਰਾਂਗੇ ਤਿੰਨਾਂ ਦਾ ਸੁਮੇਲ ਕਰਕੇ, ਤੇ ਫਿਰ ਪੂਰੀ ਗੱਲ ਇਹਨਾਂ ਜਿਹੜੀ ਉਹ ਆਪਾਂ ਨੂੰ ਸਮਝ ਦੇ ਵਿੱਚ ਆ ਜਾਣੀ ਹੈ। ਸਰਬ ਕਲਿਆਣ ਕੀਏ ਗੁਰਦੇਵ, ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਰੇ ਸੁਖ ਦੇ ਦਿੱਤੇ ਨੇ। ਧੰਨ ਗੁਰੂ ਨਾਨਕ ਦੇਵ ਜੀ ਨੇ ਸਾਰੇ ਸੁਖ ਦੇ ਦਿੱਤੇ ਨੇ। ਤੇ ਸੁਖ ਕਿਹਨੂੰ ਦਿੱਤੇ ਨੇ? ਸੇਵਕ ਆਪਣੀ ਲਾਇਓ ਸੇਵ, ਜਿਹਨੂੰ ਆਪਣੀ ਸੇਵਾ ਦੇ ਵਿੱਚ ਆਪ ਲਾ ਲਿਆ, ਸੇਵਕ ਬਣਾ ਕੇ ਇਹ ਸਾਰੇ ਸੁਖ ਨੇ ਜਿਹੜੇ ਉਹਨੂੰ ਪ੍ਰਾਪਤ ਹੋਏ ਨੇ। ਬਿਗਨ ਨਾ ਲਾਗੇ ਜਪ ਅਲਖ ਅਭੇਵ। ਉਹ ਸੇਵਕ ਜਿਹੜਾ ਜੇ ਪ੍ਰਭੂ ਪਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ, ਤੇ ਫਿਰ ਉਸ ਸੇਵਕ ਨੂੰ ਸੇਵਾ ਕਰਦਿਆਂ ਹੋਇਆਂ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਵਿਘਨ ਨਹੀਂ ਲੱਗਦਾ। ਇਹ ਹੁਣ ਵਿਘਨ ਜਿਹੜਾ ਇਹ ਲੱਗਦਾ ਕਿਵੇਂ ਹੈ? ਸੱਚੇ ਸਤਿਗੁਰ ਦੇ ਦਰ ਤੋਂ ਆਪਾਂ ਨੂੰ ਸੇਵਾ ਤਾਂ ਪ੍ਰਾਪਤ ਹੋ ਗਈ ਹੈ ਤੇ ਗੁਰੂ ਮਹਾਰਾਜ ਜੀ ਨੇ ਸੇਵਾ ਦੇ ਵਿੱਚ ਲਾ ਲਿਆ। ਸੇਵਾ ਕਰਦਿਆਂ ਮਨ ਜਿਹੜਾ ਇਹ ਮਾਇਆ ਵਾਲੇ ਪਾਸੇ ਜਾਂ ਵਕਾਰਾਂ ਵਾਲੇ ਪਾਸੇ ਜਾਂ ਬੁਰਾਈਆਂ ਵਾਲੇ ਪਾਸੇ ਜਦੋਂ ਖਿੱਚਿਆ ਜਾਂਦਾ ਹੈ ਤੇ ਫਿਰ ਇਹ ਸੇਵਾ ਦੇ ਵਿੱਚ ਵਿਘਨ ਪੈ ਗਿਆ ਹੈ। ਹੁਣ ਸੇਵਾ ਵੀ ਹੋ ਰਹੀ ਹੈ, ਸੇਵਾ ਵੀ ਕਰ ਰਹੇ ਹਾਂ, ਪਰ ਮਨ ਜਿਹੜਾ ਇਹਦੀ ਸ਼ੁੱਧਤਾ ਹੀ ਪਵਿੱਤਰਤਾ ਹੀ ਨਹੀਂ ਹੋਏਗੀ। ਸਾਡਾ ਕਰਮ ਸੀ, ਸਾਡੇ ਕਰਮ ਸਨ, ਸਾਡੇ ਕਰਮ ਸਾਨੂੰ ਮਿਲ ਗਏ ਨੇ, ਪਰ ਉਹ ਕਰਮ ਨੇ ਨਾ ਜਿਹੜੇ, ਉਹਨਾਂ ਕਰਮਾਂ ਨੂੰ ਅੱਗੇ ਅਸੀਂ ਸਫਲ ਨਹੀਂ ਕਰ ਸਕੇ। ਸਭ ਤੋਂ ਵੱਡੀ ਗੱਲ ਤਾਂ ਇਹ ਫਲ ਲੱਗ ਜਾਣਾ, ਤੇ ਫਿਰ ਫਲ ਜਿਹੜਾ ਉਹਨੂੰ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਨਾ ਲੱਗੇ ਤੇ ਨਿਰਵਿਘਨਤਾ ਦੇ ਨਾਲ ਉਹ ਫਲ ਇਹਨਾਂ ਜਿਹੜਾ ਉਹ ਪੱਕ ਜਾਵੇ। ਇਸ ਦਾ ਖੁਲਾਸਾ ਭਗਤ ਕਬੀਰ ਜੀ ਨੇ ਬੜਾ ਸੁੰਦਰ ਕੀਤਾ ਹੈ। ਭਗਤ ਕਬੀਰ ਜੀ ਨੇ ਇੱਥੇ ਇੱਕ ਅੰਬ ਦਾ ਦ੍ਰਿਸ਼ਟਾਂਤ ਲਿਆ ਸ਼ਲੋਕਾਂ ਦੇ ਅੰਦਰ। ਸੱਚੇ ਸਤਿਗੁਰ ਦੀ ਬਾਣੀ ਦੇ ਅੰਦਰ ਭਗਤ ਕਬੀਰ ਜੀ ਦੇ ਸ਼ਲੋਕ ਦਰਜ ਨੇ। ਸ਼ਲੋਕਾਂ ਦੇ ਅੰਦਰ ਭਗਤ ਕਬੀਰ ਜੀ ਨੇ ਇੱਕ ਅੰਬ ਦਾ ਦ੍ਰਿਸ਼ਟਾਂਤ ਲਿਆਏ ਤੇ ਭਗਤ ਕਬੀਰ ਜੀ ਕਹਿੰਦੇ ਨੇ ਜਦੋਂ ਅੰਬ ਲੱਗ ਜਾਂਦੇ ਨੇ ਨਾ ਬੂਟੇ ਨੂੰ, ਫਿਰ ਕਈ ਵਾਰੀ ਇਸ ਤਰ੍ਹਾਂ ਦੀ ਜ਼ੋਰ ਦੇ ਨਾਲ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਹੀ ਅੰਬਾਂ ਨੂੰ ਫਲ ਲੱਗਦਾ ਤੇ ਇਹਨਾਂ ਦਿਨਾਂ ਦੇ ਵਿੱਚ ਹੀ ਹਨੇਰੀਆਂ ਦਾ ਆਉਣਾ ਹੁੰਦਾ ਹੈ। ਕਈ ਵਾਰੀ ਜ਼ੋਰ ਦੇ ਨਾਲ ਹਨੇਰੀ ਆਉਂਦੀ ਹੈ ਤੇ ਉਹ ਜਿਹੜਾ ਫਲ ਹੁੰਦਾ ਹੈ ਨਾ, ਉਹ ਲੱਗਿਆ ਤਾਂ ਬੂਟੇ ਦੇ ਨਾਲ ਹੀ ਰਹਿੰਦਾ ਹੈ, ਪਰ ਜਿਹੜੀ ਅੰਦਰ ਉਹਦੀ ਗਿੜਕ ਹੁੰਦੀ ਹੈ, ਮੂਲ ਹੁੰਦਾ ਹੈ, ਉਹਦੇ ਨਾਲੋਂ ਉਹ ਹਵਾ ਦੇ ਝੋਕੇ ਦੇ ਨਾਲ ਟੁੱਟ ਜਾਂਦਾ ਹੈ। ਤੇ ਜਦੋਂ ਹਵਾ ਦੇ ਝੋਕੇ ਦੇ ਨਾਲ ਉਹਦੇ ਨਾਲੋਂ ਟੁੱਟ ਜਾਂਦਾ ਤੇ ਫਿਰ ਉਹ ਨਾ ਵੱਧਦਾ ਤੇ ਨਾ ਫੁੱਲਦਾ ਹੈ। ਤੇ ਵਪਾਰੀ ਇਹਨਾਂ ਜਿਹੜਾ ਜਦੋਂ ਅੰਬਾਂ ਦੀ ਛੰਟਾਈ ਕਰਦਾ ਫਿਰ ਉਹਨੂੰ ਬਾਹਰ ਸੱਟ ਦਿੰਦਾ ਹੈ।
ਮੈਨੂੰ ਤੁਕ ਭੁੱਲ ਗਈ, ਇਹ ਸ਼ਲੋਕ ਭੁੱਲ ਗਿਆ ਭਗਤ ਕਬੀਰ ਜੀ ਦਾ। ਉਸ ਸ਼ਲੋਕ ਦੇ ਅੰਦਰ ਭਗਤ ਕਬੀਰ ਜੀ ਨੇ ਨਾ ਸੇਵਾਦਾਰ ਦੀ ਜਿਹੜੀ ਹੈ ਨਾ ਉਹ ਅੰਬ ਦੇ ਨਾਲ, ਇਸ ਨੁਕਤੇ ਦੇ ਨਾਲ ਉਸ ਸੇਵਾ ਨੂੰ ਸਮਝਾਣਾ ਕੀਤਾ। ਭਗਤ ਕਬੀਰ ਜੀ ਕਹਿੰਦੇ ਨੇ ਇਹ ਫਲ ਸੀ ਜਿਹੜਾ ਇਹ ਬੂਟੇ ਨੂੰ ਲੱਗਣਾ ਸੀ ਤੇ ਲੱਗ ਗਏ, ਪਰ ਹਵਾ ਦਾ ਝੋਕਾ ਆ ਗਿਆ ਜ਼ੋਰ ਦੇ ਨਾਲ, ਜਿਸ ਕਰਕੇ ਅੰਬ ਜਿਹੜਾ ਉਹ ਬੂਟੇ ਦੇ ਨਾਲ ਵੀ ਲੱਗਿਆ ਹੋਇਆ। ਵੇਖਣ ਵਾਲੇ ਨੂੰ ਲੱਗਦਾ ਵੀ ਹਾਂ ਨਾਲ ਲੱਗਿਆ ਹੋਇਆ, ਪਰ ਉਹ ਅੰਦਰੋਂ ਨਾ ਮੂਲ ਤੋਂ ਟੁੱਟ ਜਾਂਦਾ, ਜਿਸ ਕਰਕੇ ਉਹ ਅੰਬ ਜਿਹੜਾ ਨਾ ਵੱਧਦਾ ਨਾ ਫੁੱਲਦਾ, ਸਮਾਂ ਸੁੱਕਣਾ ਸ਼ੁਰੂ ਹੋ ਜਾਂਦਾ ਤੇ ਹੋਰ ਹੀ ਉਹਦੀ ਆਕ੍ਰਿਤੀ ਹੈ ਜਿਹੜੀ ਉਹ ਬਣ ਜਾਂਦੀ ਹੈ। ਉਸੇ ਤਰ੍ਹਾਂ ਧੰਨ ਗੁਰੂ ਮਹਾਰਾਜ ਜੀ ਗੁਰੂ ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਇੱਥੇ ਸਾਨੂੰ ਦੱਸਿਆ ਵੀ ਸੇਵਾ ਕਰਦਿਆਂ ਵਿਗੜ ਨਾ ਲਾਗੇ ਜਪ ਅਲਖ ਅਭੇਵ, ਲਖਤਾ ਤੋਂ ਰਹਿਤ ਪ੍ਰਭੂ ਪਰਮਾਤਮਾ ਦਾ ਜਦੋਂ ਅਸੀਂ ਜਪ ਕਰਦੇ ਹਾਂ, ਜਿੰਦਾ ਅੱਜ ਤੱਕ ਕਿਸੇ ਤੋਂ ਭੇਤ ਨਹੀਂ ਪਾਇਆ ਗਿਆ, ਉਹਦਾ ਨਾਮ ਜਪਣ ਕਰਕੇ ਸਿਮਰਨ ਕਰਨ ਕਰਕੇ ਇਸ ਤਰ੍ਹਾਂ ਦੇ ਜਿਹੜੇ ਮਾਇਆ ਦੇ ਵਿਕਾਰਾਂ ਦੇ ਬੁਰਾਈਆਂ ਦੇ ਝੋਕੇ ਨੇ ਨਾ ਉਹ ਫਿਰ ਨਹੀਂ ਜੀਵਨ ਦੇ ਵਿੱਚ ਲੱਗਦੇ ਨੇ। ਆਪਣੀ ਲਾਇਓ ਸੇਵ ਤੇ ਸੇਵਕ ਨੂੰ ਆਪਣੀ ਸੇਵਾ ਦੇ ਵਿੱਚ ਲਾ ਕੇ ਸੇਵਕ ਬਣਾ ਲੈਂਦਾ। ਸਰਬ ਕਲਿਆਣ ਕੀਏ ਗੁਰਦੇਵ, ਤੇ ਜਿਹਨੂੰ ਸੇਵਾ ਦੇ ਵਿੱਚ ਲਾ ਲਿਆ, ਜਿਹਦੀ ਸੇਵਾ ਪ੍ਰਵਾਨ ਹੋ ਗਈ ਏ, ਉਹਨੂੰ ਫਿਰ ਜੀਵਨ ਦੇ ਵਿੱਚ ਗੁਰੂ ਦੇ ਵੱਲੋਂ ਸਾਰੀਆਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਜੀ। ਧਰਤ ਪਨੀਤ ਭਾਈ ਗੁਣ ਗਾਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣਾਂ ਦੇ ਵਿੱਚ ਇਤਨੀ ਬਰਕਤ ਹੈ ਕਿ ਜੇ ਇਸ ਧਰਤੀ ਤੇ ਬੈਠ ਕੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕੀਤੇ ਜਾਂਦੇ ਨੇ, ਉਹ ਧਰਤੀ ਵੀ ਪਵਿੱਤਰ ਹੋ ਜਾਂਦੀ ਹੈ। ਹੁਣ ਇੱਥੇ ਗੁਰੂ ਜੀ ਦਾ ਜੋ ਆਸਾ ਹੈ ਨਾ ਉਹ ਇਹ ਹੈ ਵੀ ਸੇਵਾ ਦੇ ਨਾਲ ਜੇ ਅਸੀਂ ਸਿਮਰਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪ੍ਰਭੂ ਪਰਮਾਤਮਾ ਦੇ ਗੁਣ ਗਾਉਂਦੇ ਹਾਂ ਨਾ, ਤੇ ਫਿਰ ਇਹ ਸੇਵਾ ਜਿਹੜੀ ਇਸ ਦਾ ਫਲ ਦੁੱਗਣਾ ਚੌਗਣਾ ਹੋ ਕੇ ਸਾਨੂੰ ਪ੍ਰਾਪਤ ਹੁੰਦਾ ਹੈ। ਸੇਵਾ ਤੇ ਸਿਮਰਨ ਇਹ ਅਧਿਆਤਮਿਕ ਦੀ ਦੁਨੀਆ ਦੇ ਵਿੱਚ ਉਡਾਰੀਆਂ ਮਾਰਨ ਵਾਸਤੇ ਗੁਰਸਿੱਖ ਦੇ ਦੋ ਪਰ ਨੇ। ਸੇਵਾ ਦੇ ਨਾਲ ਸਿਮਰਨ, ਪ੍ਰਭੂ ਪਰਮਾਤਮਾ ਦੀ ਬੰਦਗੀ, ਪਾਠ ਪੂਜਾ ਇਹ ਜ਼ਰੂਰੀ ਹੈ। ਸਰਬ ਧਰਤ ਪੁਨੀਤ ਭਈ ਗੁਣ ਗਾਏ। ਜਦੋਂ ਸੇਵਕ ਸੇਵਾ ਕਰਦਾ ਹੋਇਆ ਸੱਚੇ ਸਤਿਗੁਰ ਦੇ ਗੁਣ ਗਾਇਨ ਕਰਦਾ ਹੈ, ਬਾਣੀ ਦੇ ਨਾਲ, ਗੁਰੂ ਦੇ ਨਾਲ, ਸਿਮਰਨ ਦੇ ਨਾਲ ਜੁੜਿਆ ਰਹਿੰਦਾ ਹੈ, ਤੇ ਫਿਰ ਜਿਹੜੀ ਧਰਤੀ ਤੇ ਬੈਠ ਕੇ ਉਸ ਪ੍ਰਭੂ ਪਰਮਾਤਮਾ ਦੇ ਸੇਵਾਦਾਰਾਂ ਦੇ ਵੱਲੋਂ ਗੁਣ ਗਾਇਨ ਕੀਤੇ ਜਾਂਦੇ ਨੇ, ਉਹ ਧਰਤ ਪਵਿੱਤਰ ਹੋ ਜਾਂਦੀ ਹੈ। ਵੇਖੋ ਪਾਵਨ ਸਥਾਨ ਸ੍ਰੀ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ, ਤੇ ਇਸ ਦੀ ਪਵਿੱਤਰਤਾ ਹੀ ਹੈ ਜਿਹੜੀ ਇਸ ਦਾ ਕੋਈ ਅੰਤ ਨਹੀਂ। ਇਸ ਪਵਿੱਤਰ ਸਥਾਨ ਤੇ ਸਾਰੇ ਸੇਵਾਦਾਰ ਸੇਵਕ ਗੁਰਸਿੱਖ ਇਕੱਤਰਤ ਹੋ ਕੇ ਜਦੋਂ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਇਨ ਕਰਦੇ ਨੇ ਸਤ ਸੰਗਤ ਦੇ ਵਿੱਚ ਬੈਠ ਕੇ, ਤੇ ਇਹ ਪਵਿੱਤਰ ਹੋ ਜਾਂਦੀ ਹੈ ਜੀ। ਦੁਰਤ ਗਿਆ ਹਰ ਨਾਮ ਧਿਆਏ। ਦੁਰਤ ਰਤ ਦਾ ਅਰਥ ਹੁੰਦਾ ਪ੍ਰੀਤ, ਤੇ ਦੁਰਤ ਦਾ ਅਰਥ ਹੈ ਖੋਟੀ ਪ੍ਰੀਤ। ਗਿਆ ਜਿਵੇਂ ਮਤ ਤੇ ਦੁਰਮਤ। ਦੁਰਮਤ ਦਾ ਅਰਥ ਹੋ ਗਿਆ ਖੋਟੀ ਮਤ, ਜਿਹਦੇ ਨਾਲ ਸਾਰੇ ਪਾਸੇ ਦੁਰੇ ਹੋਵੇ, ਜਾਂ ਉਹ ਬੁਰਾਈਆਂ ਜਿਹੜੀਆਂ ਅਸੀਂ ਲੁਕਾ ਕੇ ਰੱਖਦੇ ਹਾਂ। ਇਸੇ ਤਰ੍ਹਾਂ ਦੁਰਤ ਸ਼ਬਦ ਬਣਿਆ। ਦੁਰਤ ਗਿਆ ਜਦੋਂ ਗੁਰਮੁਖ ਪਿਆਰਾ ਗੁਰੂ ਦੀ ਸੇਵਾ ਦੇ ਵਿੱਚ ਲੱਗ ਜਾਂਦਾ, ਗੁਰੂ ਮਹਾਰਾਜ ਜੀ ਆਪਣੀ ਸੇਵਾ ਦੇ ਵਿੱਚ ਲਾ ਲੈਂਦੇ ਨੇ ਤੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਆਪਣੇ ਗੁਣਾਂ ਨੂੰ ਆਪ ਹੀ ਆਪਣੇ ਸੇਵਕ ਤੋਂ ਰਹਿਮਤ ਕਰਕੇ ਗਵਾ ਲੈਂਦੇ ਨੇ। ਦੁਰਤ ਫਿਰ ਉਹਦਾ ਜਿਹੜਾ ਸੰਸਾਰ ਦੇ ਨਾਲ ਖੋਟਾ ਪਿਆਰ ਹੁੰਦਾ ਹੈ ਨਾ, ਖੋਟੀ ਪ੍ਰੀਤ ਤੇ ਜਿਹੜਾ ਮਾਇਕੀ ਪਦਾਰਥਾਂ ਦੇ ਨਾਲ ਗਿਆ ਉਹ ਚਲੀ ਜਾਂਦੀ ਹੈ। ਅੰਦਰੋਂ ਮਨ ਤੋਂ ਖੋਟੀ ਪ੍ਰੀਤ ਹੈ ਜਿਹੜੀ ਪਦਾਰਥਾਂ ਦੀ ਉਹ ਚਲੀ ਜਾਂਦੀ ਹੈ। ਹਰ ਨਾਮ ਧਿਆਏ, ਤੇ ਇਹ ਜਾਂਦੀ ਹੈ ਹਰੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਜੀ। ਰਹਾਉ ਸਭਨੀ ਥਾਈ ਰਵਿਆ ਆਪ। ਅੱਗੇ ਵਿਸ਼ਰਾਮ ਲਾ ਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਦੂਸਰੀ ਪੌੜੀ ਦੀ ਪ੍ਰਾਰੰਭਤਾ ਹੀ ਹੈ ਸਭਨੀ ਥਾਈ। ਕੋਈ ਵੀ ਇਸ ਤਰ੍ਹਾਂ ਦੀ ਥਾਂ ਨਹੀਂ ਹੈਗੀ ਜਿੱਥੇ ਉਹ ਪ੍ਰਭੂ ਪਰਮਾਤਮਾ ਨਾ ਹੋਵੇ। ਹਰ ਇੱਕ ਜੀਵ ਦੇ ਵਿੱਚ ਹਰ ਇੱਕ ਥਾਂ ਤੇ ਭਾਈ ਘਨਈਆ ਜੀ ਨੇ ਮੁਸਲਮਾਨਾਂ ਦੇ ਵਿੱਚ ਵੀ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰ ਦੇ ਦਰਸ਼ਨ ਕੀਤੇ ਸਨ। ਤੇ ਫਿਰ ਇਹ ਥਾਂ ਜਿਹੜੀ ਕੋਈ ਵੀ ਉਸ ਪਰਮਾਤਮਾ ਤੋਂ ਸਖਣੀ ਨਹੀਂ। ਸਭਨੀ ਥਾਈ ਰਵਿਆ ਆਪ। ਆਪ ਅਕਾਲ ਪੁਰਖ ਵਾਹਿਗੁਰੂ ਹਰ ਥਾਂ ਤੇ ਵਿਆਪਕ ਹੈ, ਇੱਕ ਰਸ ਹੈ, ਨਿਰੰਤਰ ਹੈ। ਇਹ ਸੇਵਕ ਹੈ ਜਿਹੜਾ
ਉਸ ਨੂੰ ਇਹ ਪਦਵੀ ਪ੍ਰਾਪਤ ਹੁੰਦੀ ਹੈ ਜੀ। ਆਦ ਜੁਗਾਦ ਜਾ ਕਾ ਬੜ ਪ੍ਰਤਾਪ। ਆਦ ਕਹਿੰਦੇ ਨੇ ਪ੍ਰਾਰੰਭਤਾ ਤੋਂ, ਜੁਗਾਦ ਕਹਿੰਦੇ ਨੇ ਜਦੋਂ ਯੁੱਗ ਬਣੇ, ਸਮੇਂ ਦੀ ਪ੍ਰਾਰੰਭਤਾ ਹੋਈ। ਜਾ ਕਾ ਵਡ ਪ੍ਰਤਾਪ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਸਭ ਤੋਂ ਵੱਡਾ ਪ੍ਰਤਾਪ ਹੈ। ਧਰੂ ਭਗਤ ਦੀ ਰੱਖਿਆ ਕੀਤੀ, ਵੇਖੋ ਕਿੱਡਾ ਵੱਡਾ ਪ੍ਰਤਾਪ ਹੈ। ਪ੍ਰਹਲਾਦ ਦੀ ਰੱਖਿਆ ਕੀਤੀ, ਵੇਖੋ ਕਿੱਡਾ ਵੱਡਾ ਉਸ ਦਾ ਪ੍ਰਤਾਪ ਹੈ। ਤੇ ਬਾਲੀ ਹੈ ਜਿਹੜਾ, ਉਹਦੇ ਦਰ ਦੇ ਅੱਗੇ ਸੇਵਾਦਾਰ ਬਣ ਕੇ ਖੜਾ ਹੋ ਗਿਆ, ਇਹ ਉਸ ਦਾ ਪ੍ਰਤਾਪ ਹੈ। ਆਦ ਜੁਗਾਦ ਜਾ ਕਾ ਵਡ ਪ੍ਰਤਾਪ, ਜਿਸ ਅਕਾਲ ਪੁਰਖ ਵਾਹਿਗੁਰੂ ਦਾ ਆਦ ਤੋਂ ਲੈ ਕੇ ਯੁੱਗਾਂ ਦੀ ਪ੍ਰਾਰੰਭਤਾ ਤੋਂ ਲੈ ਕੇ ਇਸ ਤਰ੍ਹਾਂ ਬਹੁਤ ਵੱਡਾ ਪ੍ਰਤਾਪ ਹੈ, ਜਿਨ੍ਹਾਂ ਆਪਣੇ ਪ੍ਰਤਾਪ ਦੇ ਨਾਲ ਦੁਸ਼ਟਾਂ ਨਿੰਦਕਾਂ ਦਾ ਨਾਸ਼ ਕੀਤਾ ਹੈ। ਸਭਨੀ ਥਾਈ ਰਵਿਆ ਆਪ, ਉਹ ਅਕਾਲ ਪੁਰਖ ਵਾਹਿਗੁਰੂ ਹਰ ਇੱਕ ਥਾਂ ਤੇ ਵਿਆਪਕ ਹੈ ਜੀ। ਗੁਰ ਪ੍ਰਸਾਦ ਨਾ ਹੋਏ ਸੰਤਾਪ। ਗੁਰ ਪ੍ਰਸਾਦ ਦਾ ਅਰਥ ਹੁੰਦਾ ਗੁਰੂ ਦੀ ਕਿਰਪਾ, ਗੁਰੂ ਦੀ ਰਹਿਮਤ। ਸੱਚੇ ਸਤਿਗੁਰ ਦੀ ਕਿਰਪਾ, ਸੱਚੇ ਸਤਿਗੁਰ ਦੀ ਰਹਿਮਤ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਵੀ ਸੰਤਾਪ ਨਹੀਂ ਹੁੰਦਾ ਸੇਵਾਦਾਰ ਨੂੰ, ਜੋ ਗੁਰੂ ਦੇ ਦਰ ਦੀ ਸੇਵਾ ਕਰਦਾ ਹੈ, ਗੁਰੂ ਦੇ ਦਰ ਦੀ ਸੇਵਾ ਦੇ ਵਿੱਚ ਨਿਪੁੰਨ ਰਹਿੰਦਾ ਹੈ, ਸੱਚੇ ਸਤਿਗੁਰ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ। ਗੁਰੂ ਕਿਰਪਾ ਕਰਦੇ ਨੇ ਆਪਣੀ, ਨਾ ਹੋਏ ਸੰਤਾਪ। ਫਿਰ ਕਿਸੇ ਪ੍ਰਕਾਰ ਦਾ ਕੋਈ ਦੁੱਖ ਸੰਤਾਪ ਜਿਹੜਾ ਹੈ ਉਹ ਆਪਣੇ ਸੇਵਕ ਨੂੰ ਨਹੀਂ ਹੋਣ ਦਿੰਦੇ। ਤਾਪ ਦਾ ਅਰਥ ਹੈ ਤਪਣਾ, ਤੇ ਸੰਤਾਪ ਆਪਣੇ ਆਪ ਹੀ ਅੰਦਰੋਂ ਤਪੀ ਜਾਣਾ। ਹੁਣ ਮਨੁੱਖ ਆਪਣੇ ਆਪ ਅੰਦਰੋਂ ਕਿਵੇਂ ਤਪਦਾ ਹੈ? ਇੱਕ ਤਾਂ ਇਸ ਦਾ ਕਾਰਨ ਹੈ ਹੰਕਾਰ। ਮਨੁੱਖ ਦੇ ਅੰਦਰ ਜਦੋਂ ਹੰਕਾਰ ਹੋਵੇ, ਉਹ ਆਪਣੇ ਹੰਕਾਰ ਦੇ ਨਾਲ ਹੀ ਅੰਦਰੋਂ ਤਪੀ ਜਾਂਦਾ ਹੈ। ਦੂਸਰਾ ਇਸ ਦਾ ਕਾਰਨ ਹੈ ਈਰਖਾ। ਜਦੋਂ ਸਾਡੇ ਅੰਦਰ ਈਰਖਾ ਆ ਜਾਂਦੀ ਹੈ, ਦਵੈਸ ਆ ਜਾਂਦਾ ਹੈ, ਤੇ ਇਹਨਾਂ ਦੇ ਨਾਲ ਵੀ ਅਸੀਂ ਆਪਣੇ ਆਪ ਹੀ ਅੰਦਰੋਂ ਤਪੀ ਜਾਂਦੇ ਹਾਂ। ਸੰਗ ਦਾ ਅਰਥ ਹੁੰਦਾ ਹੈ ਆਪਣੇ ਆਪ, ਤੇ ਤਾਪ ਦਾ ਅਰਥ ਹੈ ਤਪਣਾ। ਗੁਰਬਾਣੀ ਦੇ ਅੰਦਰ 4 ਨਦੀਆਂ ਦੱਸੀਆਂ ਨੇ ਅੱਗ ਦੀਆਂ। ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਪਵਹਿ ਦਜਹਿ ਨਾਨਕਾ ਤਰੀਏ ਕਰਮੀ ਲੱਗ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਜੇ ਕਰਮ ਚੰਗੇ ਕਰਨ ਲੱਗ ਜਾਈਏ ਨਾ, ਫਿਰ ਇਹ 4 ਨਦੀਆਂ ਜਿਹੜੀਆਂ ਅੱਗ ਦੀਆਂ ਸਾਡੇ ਅੰਦਰ ਸਾਨੂੰ ਤਪਾ ਰਹੀਆਂ ਨੇ, ਸਾਨੂੰ ਸਾੜ ਰਹੀਆਂ ਨੇ, ਇਹਨਾਂ ਤੋਂ ਪਾਰ ਹੋ ਸਕਦੇ ਆ, ਇਹਨਾਂ ਤੋਂ ਤਰਿਆ ਜਾ ਸਕਦਾ ਹੈ। ਇੱਥੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਰਹਿਮਤ ਹੋ ਜਾਵੇ, ਨਾ ਹੋਏ ਸੰਤਾਪ, ਤੇ ਫਿਰ ਕਿਸੇ ਪ੍ਰਕਾਰ ਦਾ ਕੋਈ ਵੀ ਦੁੱਖ ਨਹੀਂ ਹੁੰਦਾ ਹੈ ਜੀ। ਗੁਰ ਕੇ ਚਰਨ ਲੱਗੇ ਮਨ ਮੀਠੇ। ਗੁਰਸਿੱਖ ਨੇ ਉਹਨਾਂ ਨੂੰ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਹੁੰਦਾ ਹੈ, ਉਹ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਕੇ ਰੱਖਦੇ ਨੇ। ਗੁਰੂ ਦੇ ਚਰਨ ਗੁਰਸਿੱਖਾਂ ਨੂੰ ਬੜੇ ਪਿਆਰੇ ਮਿੱਠੇ ਲੱਗਦੇ ਹਨ ਜੀ। ਨਿਰਵਿਘਨ ਹੋਏ ਸਭ ਥਾਈ ਬੂਠੇ। ਤੇ ਸੱਚੇ ਸਤਿਗੁਰ ਹਰ ਥਾਂ ਤੇ ਵਿਆਪਕ ਹੈ, ਹਰ ਥਾਂ ਤੇ ਗੁਰਸਿੱਖਾਂ ਦੀ ਸੇਵਾ, ਗੁਰਸਿੱਖਾਂ ਦੇ ਸੀਸ ਤੇ ਮਿਹਰ ਭਰਿਆ ਹੱਥ ਰੱਖਦਾ, ਉਹਨਾਂ ਦੀ ਸੇਵਾ ਨੂੰ ਪ੍ਰਵਾਨ ਕਰਦਾ, ਜਿਸ ਕਰਕੇ ਕੋਈ ਵੀ ਵਿਘਨ ਨਹੀਂ ਲੱਗਣ ਦਿੰਦਾ ਹੈ ਜੀ। ਸਭ ਸੁਖ ਪਾਏ ਸਤਿਗੁਰ ਤੁਠੇ। ਤੁਠੇ ਦਾ ਅਰਥ ਹੁੰਦਾ ਪ੍ਰਸੰਨ ਹੋ ਜਾਣਾ, ਖੁਸ਼ ਹੋ ਜਾਣਾ। ਸਤਿਗੁਰੂ ਸੱਚ ਸਰੂਪ ਗੁਰੂ ਮਹਾਰਾਜ ਜੀ ਜਦੋਂ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਨੇ, ਸਭ ਸੁਖ ਪਾਏ, ਫਿਰ ਗੁਰਸਿੱਖ ਸਾਰੇ ਪ੍ਰਕਾਰ ਦੇ ਸੁਖ ਪ੍ਰਾਪਤ ਕਰ ਲੈਂਦਾ ਹੈ। ਪਾਰ ਬ੍ਰਹਮ ਪ੍ਰਭ ਭੈ ਰਖਵਾਲੇ। ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਪ੍ਰਭੂ ਪਰਮਾਤਮਾ ਆਪ ਕਿਰਪਾ ਕਰਦਾ ਹੈ, ਆਪਣੇ ਸੇਵਕ ਦੀ, ਆਪਣੇ ਗੁਰਸਿੱਖ ਦੀ ਆਪ ਰੱਖਿਆ ਕਰਦਾ ਹੈ ਜੀ। ਜਿੱਥੈ ਕਿਥੈ ਦਿਸਹਿ ਨਾਲੇ। ਤੇ ਗੁਰਸਿੱਖ ਜਿਹੜਾ ਉਹਦੀ ਅੰਦਰ ਦੀ ਜਿਹੜੀ ਬਿਰਤੀ ਹੈ ਇਸ ਹਿਸਾਬ ਦੀ ਹੋ ਜਾਂਦੀ ਹੈ, ਉਹਨੂੰ ਹਰ ਥਾਂ ਤੇ ਗੁਰੂ ਮਹਾਰਾਜ ਜੀ ਹਾਜ਼ਰ ਨਾਜ਼ਰ ਦਿਸਦੇ ਨੇ, ਉਹਨੂੰ ਅਨੁਭਵ ਹੋ ਜਾਂਦਾ ਹੈ। ਇਤਨਾ ਅਨੁਭਵੀ ਹੋ ਜਾਂਦਾ ਹੈ ਕਿ ਆਪਣੇ ਗੁਰੂ ਨੂੰ, ਆਪਣੇ ਵਾਹਿਗੁਰੂ ਨੂੰ ਅੰਗ ਸੰਗ ਸਮਝਦਾ ਹੈ ਜੀ। ਨਾਨਕ ਦਾਸ ਖਸਮ ਪ੍ਰਤਪਾਲੇ। ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਦਾਸਾ ਭਾਵ ਦੇ ਵਿੱਚ ਆਣ ਕੇ ਖਸਮ ਸਾਡਾ ਮਾਲਕ ਹੈ, ਆਪ ਅਕਾਲ ਪੁਰਖ ਵਾਹਿਗੁਰੂ, ਤੇ ਆਪਣੇ ਸੇਵਕਾਂ ਦੀ ਆਪ ਪਾਲਣਾ ਕਰਦਾ ਹੈ ਜੀ। ਬਿਲਾਵਲ ਮਹੱਲਾ ਪੰਜਵਾ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਸੁਖ ਨਿਧਾਨ, ਨਿਧਾਨ ਦਾ ਅਰਥ ਹੁੰਦਾ ਖਜ਼ਾਨਾ, ਸੁੱਖਾਂ ਦਾ ਖਜ਼ਾਨਾ ਹੈ। ਪ੍ਰੀਤਮ ਪ੍ਰਭੂ ਪਰਮਾਤਮਾ ਪ੍ਰਭ ਮੇਰੇ, ਹੇ ਮੇਰੇ ਵਾਹਿਗੁਰੂ ਸੱਚੇ ਸਤਿਗੁਰ ਜੀਓ, ਆਪ ਸੁੱਖਾਂ ਦੇ ਖਜ਼ਾਨੇ ਹੋ ਜੀ। ਅਗਣਤ ਗੁਣ ਠਾਕੁਰ ਪ੍ਰਭ ਤੇਰੇ। ਇਹ ਮੇਰੇ ਵਾਹਿਗੁਰੂ,
ਇਹ ਜੋ ਅਸੀਂ ਗੁਣ ਇੱਥੇ ਆਪ ਜੀ ਦੇ ਕਥਨ ਕੀਤੇ ਨੇ, ਇਹ ਅਸੀਂ ਤੁਸ਼ ਬੁੱਧੀ ਦੇ ਨਾਲ ਥੋੜ੍ਹੇ ਜਿਹੇ ਗੁਣ ਵਿਚਾਰਾਂ ਆਪ ਜੀ ਦੇ ਵਡਿਆਈ ਦੇ ਵਿੱਚ ਕੀਤੀਆਂ ਨੇ, ਪਰ ਆਪ ਦੇ ਗੁਣ ਨੇ ਜਿਹੜੇ ਉਹ ਗਿਣ ਕੇ ਕਿਸੇ ਤੋਂ ਨਹੀਂ ਦੱਸੇ ਜਾ ਸਕਦੇ। ਇਸ ਲਈ ਉਹ ਗਣਤ ਨੇ, ਗਿਣਤੀ ਤੋਂ ਬਾਹਰ ਨੇ। ਠਾਕੁਰ ਸਾਡੇ ਹਿਰਦੇ ਨੂੰ ਆਸਰਾ ਦੇਣ ਵਾਲਿਓ, ਪ੍ਰਭੂ ਤੇਰੇ ਹੀ ਮੇਰੇ ਪ੍ਰਭੂ ਪਰਮਾਤਮਾ, ਤੁਸੀਂ ਸਾਨੂੰ ਆਸਰਾ ਦੇਣ ਵਾਲਿਓ। ਆਪ ਜੀ ਦੇ ਗੁਣ ਜਿਹੜੇ ਨੇ ਬੇਅੰਤ ਨੇ, ਗੁਣ ਕੇ ਬਿਆਨ ਨਹੀਂ ਕੀਤੇ ਜਾ ਸਕਦੇ ਹਨ ਜੀ। ਮੋਹਿ ਅਨਾਥ ਤੁਮਰੀ ਸ਼ਰਨ ਆਈ। ਅਨਾਥ ਦਾ ਅਰਥ ਹੁੰਦਾ ਜਿੰਦਾ ਕੋਈ ਆਸਰਾ ਨਾ ਹੋਵੇ। ਹੀ ਮੇਰੇ ਸੱਚੇ ਸਤਿਗੁਰ ਜੀ, ਸਾਡੇ ਵਰਗੇ ਕਿੰਨੇ ਬੇਆਸਰੇ ਵਾਲੇ ਅਨਾਥ ਫਿਰਦੇ ਨੇ, ਜੋ ਆਪ ਜੀ ਦੀ ਸ਼ਰਨ ਦੇ ਵਿੱਚ ਆਣ ਕੇ ਆਪ ਜੀ ਦੇ ਚਰਨਾਂ ਕਮਲਾਂ ਦੇ ਆਸਰੇ ਨਾਲ ਜੁੜ ਜਾਂਦੇ ਹਨ ਜੀ। ਕਰ ਕਿਰਪਾ ਹਰ ਚਰਨ ਧਿਆਈ। ਇਹ ਵਾਹਿਗੁਰੂ ਤੁਸੀਂ ਕਿਰਪਾ ਕਰੋ, ਰਹਿਮਤ ਕਰੋ ਸਾਡੇ ਤੇ, ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਕੇ ਤੇ ਆਪਣੇ ਨਾਮ ਨੂੰ ਆਪ ਹੀ ਰਹਿਮਤ ਕਰਕੇ ਸਾਡੇ ਤੋਂ ਜਪਾਣਾ ਕਰੋ। ਧੰਨ ਗੁਰਬਾਣੀ ਦੇ ਅੰਦਰ ਫਰਮਾਨ ਹੁੰਦਾ ਹੈ, ਵਸ ਮੇਰੇ ਪਿਆਰਿਆ ਵਸ ਮੇਰੇ ਗੋਬਿੰਦਾ ਹਰ, ਕਰ ਕਿਰਪਾ ਮਨ ਵਸ ਜੀਓ। ਹੇ ਮੇਰੇ ਵਾਹਿਗੁਰੂ ਕਿਰਪਾ ਕਰ, ਰਹਿਮਤ ਕਰ, ਸਾਡੇ ਹਿਰਦੇ ਦੇ ਅੰਦਰ ਵਸਣਾ ਕਰ ਕਿਰਪਾ ਹਰ ਚਰਨ ਧਿਆਈ। ਤੁਸੀਂ ਸਾਡੇ ਤੇ ਕਿਰਪਾ ਰਹਿਮਤ ਕਰੋ, ਜੋ ਆਪ ਜੀ ਦਾ ਪਾਵਨ ਪਵਿੱਤਰ ਨਾਮ ਹੈ ਉਹ ਅਸੀਂ ਜਪਣਾ ਕਰੀਏ ਜੀ। ਦਇਆ ਕਰੋ ਬਸੋ ਮਨ ਆਏ। ਇਸ ਤਰ੍ਹਾਂ ਸਾਡੇ ਤੇ ਦਇਆ ਕਰੋ ਕਿ ਆਪ ਜੀ ਦਾ ਨਾਮ ਹੈ ਜਿਹੜਾ ਉਹ ਸਾਡੇ ਮਨ ਦੇ ਵਿੱਚ ਆਣ ਕੇ ਵਸਣਾ ਕਰੇ। ਆਪ ਜੀ ਦਾ ਪਾਵਨ ਪਵਿੱਤਰ ਨਾਮ ਸਾਡੇ ਮਨ ਦੇ ਵਿੱਚ ਵਸ ਜਾਵੇ ਜੀ। ਮੋਹਿ ਨਿਰਗੁਣ ਲੀਜੈ ਲੜ ਲਾਏ। ਇਹ ਸੱਚੇ ਸਤਿਗੁਰ ਜੀ, ਸਾਡੇ ਵਿੱਚ ਗੁਣ ਕੋਈ ਵੀ ਨਹੀਂ, ਨਾ ਸੇਵਾ ਕਰਨ ਦਾ ਗੁਣ ਹੈ, ਨਾ ਆਪ ਜੀ ਦੀ ਵਡਿਆਈ ਕਰਨ ਦਾ ਗੁਣ ਹੈ, ਨਾ ਨਾਮ ਜਪਣ ਵਾਲਾ ਗੁਣ ਹੈ, ਕੋਈ ਵੀ ਗੁਣ ਨਹੀਂ। ਲੀਜੇ ਲੜਦਾ ਹੈ, ਤੁਸੀਂ ਫਿਰ ਵੀ ਸਾਡੇ ਤੇ ਰਹਿਮਤ ਕਿਰਪਾ ਕਰਕੇ ਨਾ ਸਾਨੂੰ ਆਪ ਦੇ ਲੜ ਦੇ ਨਾਲ ਲਾਣਾ ਕਰੋ, ਆਪ ਜੀ ਦੇ ਚਰਨਾਂ ਦੇ ਨਾਲ ਜੋੜਨਾ ਕਰੋ। ਮੋਹਿ ਨਿਰਗੁਣ, ਨਿਰਗੁਣ ਦਾ ਅਰਥ ਹੁੰਦਾ ਕੋਈ ਵੀ ਗੁਣ ਨਹੀਂ। ਗੁਣ ਹੁੰਦਿਆਂ ਹੋਇਆਂ ਵੀ ਅੰਦਰ ਹਲੀਮੀ ਭਾਵਨਾ ਬਣੀ ਰਹਿਣੀ, ਅੰਦਰ ਇਹੀ ਭਾਵ ਰਹਿਣਾ ਵੀ ਜੋ ਇਹ ਬਖਸ਼ਿਸ਼ਾਂ ਨੇ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਨੇ। ਜਿਵੇਂ ਜਪਜੀ ਸਾਹਿਬ ਦੇ ਅੰਦਰ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਆਉਂਦਾ ਹੈ, ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਸਭ ਗੁਣ ਤੇਰੇ ਮੈਂ ਨਾਹੀ ਕੋਇ। ਹੈ ਅਕਾਲ ਪੁਰਖ ਵਾਹਿਗੁਰੂ, ਸਾਰੇ ਗੁਣ ਹੈਨ ਤਾਂ ਤੇਰੇ, ਸਾਡਾ ਕੋਈ ਵੀ ਗੁਣ ਨਹੀਂ, ਸਾਡੇ 'ਚ ਕੋਈ ਵੀ ਗੁਣ ਨਹੀਂ। ਬਿਨ ਗੁਣ ਕੀਤੇ ਭਗਤ ਨਾ ਹੋਏ। ਪਰ ਆਪ ਜੀ ਜਦੋਂ ਤੱਕ ਸਾਨੂੰ ਗੁਣਾਂ ਦੀ ਦਾਤ ਨਹੀਂ ਨਾ ਬਖਸ਼ਦੇ, ਉਦੋਂ ਤੱਕ ਆਪ ਜੀ ਦੀ ਜਿਹੜੀ ਭਗਤੀ ਹੈ ਇਹ ਵੀ ਨਹੀਂ ਹੁੰਦੀ। ਆਪ ਜੀ ਦੀ ਜੋ ਸੇਵਾ ਹੈ ਨਾ, ਇਹ ਵੀ ਉਦੋਂ ਤੱਕ ਨਹੀਂ ਹੁੰਦੀ ਜਦੋਂ ਤੱਕ ਆਪ ਸਾਨੂੰ ਉਸ ਸੇਵਾ ਕਰਨ ਦਾ ਗੁਣ ਨਹੀਂ ਬਖਸ਼ਦੇ। ਆਪ ਜੀ ਦੀ ਭਗਤੀ ਨਹੀਂ ਹੁੰਦੀ ਜਦੋਂ ਤੱਕ ਆਪ ਜੀ ਸਾਨੂੰ ਉਸ ਗੁਣ ਦੀ ਦਾਤ ਨਹੀਂ ਬਖਸ਼ਿਸ਼ ਕਰਦੇ, ਜਿਹੜੇ ਗੁਣ ਦੇ ਨਾਲ ਆਪ ਜੀ ਦੀ ਭਗਤੀ ਕੀਤੀ ਜਾਵੇ। ਇਸੇ ਤਰ੍ਹਾਂ ਧੰਨ ਗੁਰੂ ਅਰਜਨ ਦੇਵ ਜੀ ਰਾਹੋਂ ਵਾਲੀਆਂ ਤੁਕਾਂ ਦੇ ਵਿੱਚ ਕਿਰਪਾ ਕਰ ਰਹੇ ਨੇ। ਮੋਹਿ ਨਿਰਗੁਣ, ਅਸੀਂ ਗੁਣਾਂ ਤੋਂ ਸੱਖਣੇ ਆ। ਲੀਜੇ ਲੜ ਲਾਏ, ਤੁਸੀਂ ਗੁਣਾਂ ਦੀ ਦਾਤ ਬਖਸ਼ਿਸ਼ ਕਰਕੇ ਨਾ ਆਪ ਜੀ ਦੀ ਸੇਵਾ ਸਿਮਰਨ ਦੇ ਵਿੱਚ ਲਾਣਾ ਕਰੋ ਜੀ। ਰਹਾਉ ਪ੍ਰਭ ਚਿਤ ਆਵੈ ਤਾਂ ਕੈਸੀ ਭੀੜ। ਭੀੜ ਦਾ ਅਰਥ ਹੁੰਦਾ ਮੁਸੀਬਤ ਦਾ ਪੈ ਜਾਣਾ, ਭੀੜ ਦਾ ਪੈ ਜਾਣਾ। ਧੰਨ ਗੁਰੂ ਮਹਾਰਾਜ ਜੀ ਵਿਸ਼ਰਾਮ ਲਾ ਕੇ ਕਿਰਪਾ ਕਰਦੇ ਨੇ, ਜਿਨ੍ਹਾਂ ਗੁਰਮੁਖ ਪਿਆਰਿਆਂ ਦੇ ਮਨ ਦੇ ਵਿੱਚ ਪ੍ਰਭੂ ਪਰਮਾਤਮਾ ਵਸ ਜਾਂਦਾ ਹੈ, ਜਿਨ੍ਹਾਂ ਦੇ ਚਿੱਤ ਦੇ ਵਿੱਚ ਵਾਹਿਗੁਰੂ ਦਾ ਵਾਸਾ ਹੋ ਜਾਂਦਾ ਹੈ, ਉਸ ਗੁਰਮੁਖ ਪਿਆਰੇ ਨੂੰ ਫਿਰ ਕਦੇ ਵੀ ਕਿਸੇ ਪ੍ਰਕਾਰ ਦੀ ਮੁਸੀਬਤ ਨਹੀਂ ਪੈਂਦੀ ਹੈ ਜੀ। ਹਰ ਸੇਵਕ ਨਾਹੀ ਜਮ ਪੀੜ। ਹਰ ਸੇਵਕ ਜਿਹੜਾ ਹਰੀ ਦਾ ਸੇਵਕ ਬਣ ਗਿਆ ਹੈ, ਹੁਣ ਹਰੀ ਦਾ ਸੇਵਕ ਬਣਨਾ ਕਿਵੇਂ? ਹਰੀ ਦਾ ਨਾਮ ਜਪ ਕੇ ਇਹ ਪਰਜਾ ਜਿਹੜੀ ਹਰੀ ਦੀ ਏ ਪਰਪਕਾਰ ਦੀ ਭਾਵਨਾ ਦੇ ਨਾਲ ਲੁਕਾਈ ਦੀ ਸੇਵਾ ਕਰਨੀ, ਇਹ ਹਰੀ ਦਾ ਸੇਵਕ ਹੈ। ਹਰ ਸੇਵਕ ਨਾਹੀ ਜਮ ਪੀੜ, ਜਿਹੜੇ ਗੁਰਮੁਖ ਪਿਆਰੇ ਪਰਪਕਾਰ ਦੀ ਭਾਵਨਾ ਦੇ ਨਾਲ ਉਹ ਸੱਚੇ ਸਤਿਗੁਰ ਦੀ ਲੁਕਾਈ ਜਾਣ ਕੇ ਭਲਾ ਕਰਦੇ ਨੇ, ਉਹ ਹਰੀ ਦੇ ਸੇਵਕ ਨੇ। ਤੇ ਉਹਨਾਂ ਨੂੰ ਫਿਰ ਕਦੇ ਵੀ ਜਮਾਂ ਦੀ ਜਿਹੜੀ ਪੀੜ ਹੈ ਨਾ, ਭਾਵ ਜੋ ਕਰਮਾਂ ਦਾ ਲੇਖਾ ਜੋਖਾ ਹੈ,
ਜਿਸ ਤੋਂ ਸਾਨੂੰ ਦੁੱਖ ਹੁੰਦਾ ਹੈ ਉਹ ਨਹੀਂ ਮਿਲਦਾ ਹੈ ਜੀ। ਸਰਬ ਦੁਖ ਹਰ ਸਿਮਰਤ ਨਸੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਜਿਹੜਾ ਗੁਰਮੁਖ ਪਿਆਰਾ ਸੇਵਾ ਤੇ ਸਿਮਰਨ ਦੇ ਨਾਲ ਜੁੜਿਆ ਰਹਿੰਦਾ ਹੈ, ਸਾਰੇ ਪ੍ਰਕਾਰ ਦੇ ਉਸ ਦੇ ਦੁੱਖ ਨੇ ਉਹ ਨਸ ਜਾਂਦੇ ਹਨ। ਜਾ ਕੈ ਸੰਗ ਸਦਾ ਪ੍ਰਭ ਬਸੈ। ਜਿਹੜਾ ਨਾਮ ਜਪਦਾ ਹੈ, ਸੇਵਾ ਕਰਦਾ ਹੈ, ਉਹ ਗੁਰਮੁਖ ਪਿਆਰੇ ਦੇ ਨਾਲ ਅੰਗ ਸੰਗ ਪ੍ਰਭੂ ਪਰਮਾਤਮਾ ਦਾ ਸਦਾ ਹੀ ਵਾਸਾ ਰਹਿੰਦਾ ਹੈ ਜੀ। ਪ੍ਰਭ ਕਾ ਨਾਮ ਮਨ ਤਨ ਆਧਾਰ। ਤੀਜੀ ਪੌੜੀ ਦੇ ਅੰਦਰ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਪ੍ਰਭੂ ਪਰਮਾਤਮਾ ਦਾ ਨਾਮ ਹੀ ਜਿਹੜਾ ਇਹ ਗੁਰਮੁਖ ਪਿਆਰਿਆਂ ਦੇ ਮਨ ਦਾ ਤੇ ਤਨ ਦਾ ਆਸਰਾ ਹੈ। ਮਨ ਦਾ ਆਸਰਾ ਹੈ, ਮਨ ਨੂੰ ਡੋਲਣ ਨਹੀਂ ਦਿੰਦਾ। ਤਨ ਦਾ ਆਸਰਾ ਹੈ, ਤਨ ਨੂੰ ਤਕਲੀਫ ਨਹੀਂ ਆਉਣ ਦਿੰਦਾ। ਵੇਖੋ ਧੰਨ ਗੁਰੂ ਅਮਰਦਾਸ ਜੀ ਸੱਚੇ ਸਤਿਗੁਰ ਨੇ ਨਾ 12 ਸਾਲ ਸੇਵਾ ਕੀਤੀ ਸੀ, ਤੇ ਕਿਤੇ ਵੀ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਲਿਖਿਆ ਮਿਲਦਾ ਵੀ ਗੁਰੂ ਅਮਰਦਾਸ ਜੀ ਨੇ ਉਹਨਾਂ 12 ਸਾਲਾਂ ਦੇ ਵਿੱਚੋਂ ਇੱਕ ਦਿਨ ਵੀ ਕੋਈ ਇਸ ਤਰ੍ਹਾਂ ਦਾ ਇੱਕ ਡੰਗ ਵੀ, ਦਿਨ ਤਾਂ ਮੈਂ ਥੋੜਾ ਜ਼ਿਆਦਾ ਕਹਿ ਬੈਠਾ, ਇੱਕ ਡੰਗ ਵੀ ਇਸ ਤਰ੍ਹਾਂ ਦਾ ਨਹੀਂ ਸੀ ਜਿੱਦਣ ਉਹਨਾਂ ਨੇ ਕਿਹਾ ਹੋਵੇ ਵੀ ਅੱਜ ਸਾਡੇ ਤੋਂ ਨਾ ਗਾਗਰ ਜਲ ਦੀ ਨਹੀਂ ਲਿਆਂਦੀ ਜਾਂਦੀ, ਤੇ ਗੁਰੂ ਅੰਗਦ ਦੇਵ ਜੀ ਦੀ ਅੱਜ ਦਾ ਦਿਨ ਕੋਈ ਹੋਰ ਸੇਵਾ ਕਰਵਾ ਦੇਵੇ। ਹੁਣ ਇਹ ਮਨ ਨੇ ਜਿਹੜਾ ਉਹਨੂੰ ਵੀ ਗੁਰੂ ਦਾ ਆਸਰਾ ਤੇ ਤਾਨੇ ਜਿਹੜਾ ਉਹਨੂੰ ਵੀ ਗੁਰੂ ਦਾ ਆਸਰਾ ਹੈ। ਪ੍ਰਭ ਕਾ ਨਾਮ ਮਨ ਤਨ ਆਧਾਰ। ਉਸ ਪ੍ਰਭੂ ਪਰਮਾਤਮਾ ਦਾ ਨਾਮ ਹੀ ਜਿਹੜਾ ਇਹ ਇਸ ਤਰ੍ਹਾਂ ਮਨ ਨੂੰ ਵੀ ਨਹੀਂ ਡੋਲਣ ਦਿੰਦਾ। ਮਨ ਕਿਵੇਂ ਡੋਲਦਾ? ਮਨ ਸੇਵਾ ਕਰਦਾ ਕਰਦਾ ਨਾ ਕਈ ਵਾਰੀ ਸਿਮਰਨ ਕਰਦਾ ਕਰਦਾ ਕਈ ਵਾਰੀ ਬੇਈਮਾਨ ਹੋ ਜਾਂਦਾ ਹੈ। ਚੱਲ ਇੰਨਾ ਕੁ ਮੈਂ ਕਰ ਲੈਣਾ ਤੇ ਇੰਨਾ ਕੁ ਕੋਈ ਹੋਰ ਕਰ ਲੇ, ਮੈਂ ਰੋਜ਼ ਹੀ ਕਰਦਾ ਅੱਜ ਕੋਈ ਹੋਰ ਕਰ ਲੇ। ਇਹ ਮਨ ਦੀ ਬੇਈਮਾਨੀ, ਇਹ ਮਨ ਦਾ ਡੋਲ ਜਾਣਾ ਹੈ। ਜਦੋਂ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਹਾਂ, ਫਿਰ ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸਾਡੇ ਮਨ ਨੂੰ ਇਸ ਤਰ੍ਹਾਂ ਬੇਈਮਾਨੀ ਵਾਲੇ ਪਾਸੇ ਨਹੀਂ ਜਾਣ ਦਿੰਦਾ, ਡੋਲਣ ਨਹੀਂ ਦਿੰਦਾ। ਫਿਰ ਮਨ ਦੇ ਵਿੱਚ ਇਹੀ ਭਾਵਨਾ ਬਣੀ ਰਹਿੰਦੀ ਹੈ ਵੀ ਮੈਂ ਹੀ ਕਰਾਂ। ਪ੍ਰਭ ਕਾ ਨਾਮ ਮਨ ਇਸ ਤਰ੍ਹਾਂ ਮਨ ਨਹੀਂ ਡੋਲਦਾ। ਤਨ ਆਧਾਰ ਤੇ ਸਰੀਰ ਦਾ ਵੀ ਆਸਰਾ ਹੈ, ਸਰੀਰ ਵੀ ਫਿਰ ਤੰਦਰੁਸਤੀ ਦੇ ਨਾਲ ਹੀ ਰਹਿੰਦਾ ਹੈ ਜੀ। ਬਿਸਰਤ ਨਾਮ ਹੋਵਤ ਤਨ ਸ਼ਾਰ। ਹੁਣ ਗੁਰੂ ਮਹਾਰਾਜ ਜੀ ਦੱਸਦੇ ਨੇ ਜੇ ਅਸੀਂ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਨੇ ਆ ਨਾ, ਤਨ ਸ਼ਾਰ, ਸ਼ਾਰ ਦਾ ਅਰਥ ਹੈ ਸੁਭਾਅ ਹੋ ਜਾਣਾ, ਨਿਕੰਮਾ ਹੋ ਜਾਣਾ। ਜਦੋਂ ਅਸੀਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਵਿਸਾਰ ਦਿੰਨੇ ਆ ਤੇ ਫਿਰ ਇਹ ਸਰੀਰ ਹੈ ਜਿਹੜਾ ਇਹ ਸਮਰੱਥਾ ਤੋਂ ਸਖਣਾ ਹੋ ਜਾਂਦਾ ਹੈ ਜੀ। ਪ੍ਰਭ ਚਿਤ ਆਏ ਪੂਰਨ ਸਭ ਕਾਜ। ਜਿਨ੍ਹਾਂ ਗੁਰਮੁਖ ਪਿਆਰਿਆਂ ਨੂੰ ਪ੍ਰਭੂ ਪਰਮਾਤਮਾ ਚੇਤੇ ਦੇ ਵਿੱਚ ਆ ਜਾਂਦਾ ਹੈ, ਚੇਤੇ ਵਿੱਚ ਰਹਿੰਦਾ ਹੈ, ਉਹ ਗੁਰਮੁਖ ਪਿਆਰਿਆਂ ਦੇ ਗੁਰੂ ਦੀ ਰਹਿਮਤ ਕਿਰਪਾ ਦੇ ਨਾਲ ਸਾਰੇ ਕਾਰਜ ਹੀ ਰਾਸ ਹੋ ਜਾਂਦੇ ਹਨ। ਹਰ ਬਿਸਰਤ ਸਭ ਕਾ ਮੁਹਤਾਜ। ਤੇ ਜਿਹੜਾ ਭਾਈ ਪਰਮਾਤਮਾ ਨੂੰ ਵਿਸਾਰ ਦਿੰਦਾ ਹੈ ਉਹਨੂੰ ਫਿਰ ਸਾਰਿਆਂ ਦੀ ਮੁਹਤਾਜੀ ਹੈ ਜਿਹੜੀ ਉਹ ਸਹਾਰਨੀ ਪੈਂਦੀ। ਮੁਹਤਾਜ ਦਾ ਅਰਥ ਹੁੰਦਾ ਹੈ ਕਿਸੇ ਦੀ ਕਨੌੜ ਦੇ ਥੱਲੇ ਰਹਿਣਾ, ਕਿਸੇ ਦਾ ਗੁਲਾਮ ਜਾਂ ਅਧੀਨ ਹੋ ਕੇ ਰਹਿਣਾ। ਹਰ ਬਿਸਰਤ, ਜਦੋਂ ਅਸੀਂ ਪਰਮਾਤਮਾ ਦਾ ਨਾਮ ਵਿਸਾਰ ਦਿੰਨੇ ਆ, ਸਭ ਕਾ ਮੁਹਤਾਜ। ਤੇ ਗੁਰੂ ਜੀ ਰਹਿਮਤ ਕਰਦੇ ਨੇ ਹਰੀ ਪਰਮਾਤਮਾ ਦਾ ਨਾਮ ਵਿਸਾਰਨ ਵਾਲਾ ਸਾਰਿਆਂ ਦਾ ਮੁਹਤਾਜ ਹੋ ਜਾਂਦਾ ਹੈ, ਭਾਵ ਉਹਨੂੰ ਸਾਰਿਆਂ ਦੀ ਅਧੀਨਤਾ ਹੀ ਹੈ ਜਿਹੜੀ ਫਿਰ ਉਹ ਸਹਾਰਨੀ ਪੈਂਦੀ ਹੈ ਜੀ। ਚਰਨ ਕਮਲ ਸੰਗ ਲਾਗੀ ਪ੍ਰੀਤ। ਆਖਰੀ ਪੌੜੀ ਦੇ ਅੰਦਰ ਗੁਰੂ ਜੀ ਰਹਿਮਤ ਕਰਦੇ ਨੇ ਜਿਹੜੇ ਗੁਰਮੁਖ ਪਿਆਰੇ ਗੁਰਸਿੱਖ ਨੇ ਉਹਨਾਂ ਨੂੰ ਸੱਚੇ ਸਤਿਗੁਰ ਦੇ ਚਰਨਾਂ ਕਮਲਾਂ ਦੇ ਨਾਲ ਪ੍ਰੀਤ ਬਣੀ ਰਹਿੰਦੀ ਹੈ। ਜਦੋਂ ਗੁਰੂ ਦੇ ਚਰਨਾਂ ਦੇ ਨਾਲ ਪ੍ਰੀਤ ਹੋਏਗੀ ਤੇ ਪ੍ਰੀਤ ਉਹ ਖਿੱਚ ਹੈ ਜਿਹੜੀ ਖਿੱਚ ਕੇ ਗੁਰੂ ਦੇ ਚਰਨਾਂ ਦੇ ਨਾਲ ਜੋੜ ਰੱਖਦੀ ਹੈ। ਜਿਨ੍ਹਾਂ ਦੇ ਅੰਦਰ ਪ੍ਰੀਤ ਹੈ, ਪ੍ਰੇਮ ਦੀਆਂ ਡੋਰੀਆਂ ਨੇ, ਉਹਨਾਂ ਨੂੰ ਸੱਚੇ ਸਤਿਗੁਰ ਦੀ ਰਹਿਮਤ ਕਿਰਪਾ ਦੇ ਨਾਲ ਫਿਰ ਗੁਰੂ ਦਰ ਦੀ ਖਿੱਚ ਬਣੀ ਰਹਿੰਦੀ ਹੈ। ਸੋ ਗੁਰਮੁਖ ਪਿਆਰੇ ਜਿਹੜੇ ਨਾਮ ਜਪਣ ਵਾਲੇ, ਸਿਮਰਨ ਕਰਨ ਵਾਲੇ, ਸੇਵਾ ਕਰਨ ਵਾਲੇ ਨੇ, ਸੱਚੇ ਸਤਿਗੁਰ ਦੇ ਚਰਨਾਂ ਦੇ ਨਾਲ ਪ੍ਰੀਤ ਬਣਾ ਕੇ ਰੱਖਦੇ ਹਨ ਜੀ। ਬਿਸਰ ਗਈ ਸਭ ਦੁਰਮਤ ਰੀਤ। ਜਿਹੜੀ ਖੋਟੀ ਮੱਤ ਵਾਲਾ ਅੰਦਰ ਖਿਆਲ ਸੀ ਨਾ, ਸੱਚੇ ਸਤਿਗੁਰ ਦੀ ਪ੍ਰੀਤ ਦੇ ਨਾਲ ਇਹ ਹੁਣ ਖੋਟੀ ਦੁਰਮਤ, ਖੋਟੀ ਮੱਤ ਜਿਹੜੀ ਇਹ ਅੰਦਰੋਂ ਚਲੀ ਗਈ ਹੈ, ਵਿਸਰ ਗਈ, ਵਿਸਰ ਜਾਂਦੀ ਹੈ ਸਭ ਦੁਰਮਤ। ਦੁਰਮਤ ਦਾ ਅਰਥ ਹੁੰਦਾ ਹੈ ਦੁਰ, ਲੁਕਾ ਕੇ ਰੱਖਣਾ, ਤੇ ਮਤ ਕੁਝ ਇਸ ਤਰ੍ਹਾਂ ਦੀਆਂ ਵਕਾਰ ਬੁਰਾਈਆਂ ਅਸੀਂ ਕਰਦੇ ਹਾਂ ਜਿਨ੍ਹਾਂ ਨੂੰ ਫਿਰ ਅਸੀਂ ਲੁਕਾ ਕੇ ਰੱਖਦੇ ਹਾਂ, ਕਿਸੇ ਨੂੰ ਪਤਾ ਨਹੀਂ ਲੱਗਣ ਦਿੰਦੇ। ਹੈਨ ਬੁਰਾਈਆਂ, ਹੈਨ ਮਾੜੇ ਕੰਮ ਖੋਟੀ ਮਤ ਦੇ ਨਾਲ ਕਰਦੇ ਹਾਂ ਤੇ ਲੁਕੋ ਕੇ ਰੱਖਦੇ ਹਾਂ, ਜਾਂ ਉਹ ਮਤ ਜਿਹਦੇ ਨਾਲ ਸਾਰੇ ਪਾਸੇ ਦੁਰੇ ਦੁਰੇ ਹੁੰਦੀ ਰਵੇ ਉਹਨੂੰ ਦੁਰਮਤ ਆਖਿਆ ਗਿਆ। ਵਿਸਰ ਗਈ ਸਭ ਦੁਰਮਤ ਰੀਤ। ਰੀਤ ਦਾ ਅਰਥ
ਅੰਦਰ ਦਾ ਜਿਹੜਾ ਖਿਆਲ ਹੈ, ਅੰਦਰ ਜਿਹੜਾ ਅਸੀਂ ਭਾਵਨਾ ਬਣਾਈਏ ਨਾ ਖੋਟੀ ਮੱਤ ਵਾਲੀ, ਸੱਚੇ ਸਤਿਗੁਰ ਦੇ ਪ੍ਰੇਮ ਦੇ ਨਾਲ ਇਹ ਗੁਰੂ ਨੇ ਕਿਰਪਾ ਕੀਤੀ ਹੈ, ਖੋਟੀ ਮੱਤ ਦਾ ਨਾਸ ਹੋ ਜਾਂਦਾ ਹੈ ਜੀ। ਮਨ ਤਨ ਅੰਤਰ ਹਰ ਹਰ ਮੰਤ। ਤੇ ਗੁਰਮੁਖ ਪਿਆਰੇ ਨੇ ਜਿਹੜੇ ਉਹਨਾਂ ਦੇ ਮਨ ਦੇ ਵਿੱਚ ਵੀ ਤੇ ਤਨ ਦੇ ਵਿੱਚ ਵੀ ਹਰੀ ਪਰਮਾਤਮਾ ਦਾ ਬਖਸ਼ਿਸ਼ ਕੀਤਾ ਹੋਇਆ ਗੁਰੂ ਨਾਨਕ ਦੇਵ ਜੀ ਦੇ ਵੱਲੋਂ ਮੰਤਰ ਹੈ ਵਾਹਿਗੁਰੂ, ਉਹ ਵਸਿਆ ਰਹਿੰਦਾ। ਹਰ ਹਰ ਮੰਤ ਗੁਰਸਿੱਖਾਂ ਦੇ ਵਾਸਤੇ ਹਰੀ ਪਰਮਾਤਮਾ ਦਾ ਮੰਤਰ ਹੈ ਵਾਹਿਗੁਰੂ। ਧੰਨ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਦਰਜ ਕੀਤਾ ਹੈ, ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਕੋਈ। ਗੁਰਸਿੱਖਾਂ ਦਾ ਜਿਹੜਾ ਮੰਤਰ ਹੈ ਉਹ ਵਾਹਿਗੁਰੂ ਗੁਰਮੰਤਰ ਹੈ। ਮੰਤਰ ਅੰਤਰ ਤੇ ਗੁਰਸਿੱਖ ਨੇ ਜਿਹੜੇ ਮਨ ਤੇ ਤਨ ਦੇ ਵਿੱਚ ਨਾਮ ਨੂੰ ਵਸਾ ਕੇ ਰੱਖਦੇ ਹਨ। ਨਾਨਕ ਭਗਤਨ ਕੈ ਘਰ ਸਦਾ ਆਨੰਦ। ਧੰਨ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ, ਜਿਹੜੇ ਭਗਤ ਨੇ ਭਗਤੀ ਦੇ ਵਿੱਚ ਲੱਗੇ ਰਹਿੰਦੇ ਨੇ, ਉਹਨਾਂ ਦੇ ਸਰੀਰ ਦੇ ਵਿੱਚ ਤੇ ਘਰ ਦੇ ਵਿੱਚ ਸਦਾ ਖੁਸ਼ੀਆਂ ਦੀ ਦਾਤ ਬਣੀ ਰਹਿੰਦੀ ਹੈ, ਸਦਾ ਹੀ ਆਨੰਦ ਬਣਿਆ ਰਹਿੰਦਾ ਹੈ। ਸੱਚੇ ਸਤਿਗੁਰੂ ਨੇ ਕਿਰਪਾ ਕੀਤੀ। ਅੱਜ ਦੇ ਪਾਵਨ ਇਹ ਦੋ ਸ਼ਬਦ ਨੇ, ਇਹਨਾਂ ਦੇ ਅੰਦਰ ਗੁਰੂ ਘਰ ਦੇ ਸੇਵਾਦਾਰਾਂ ਦੀ, ਸੇਵਕਾਂ ਦੀ ਵੱਡੀ ਵਡਿਆਈ ਸੱਚੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਬਿਆਨ ਕੀਤੀ ਹੈ। ਸੋ ਆਪਾਂ ਧੰਨ ਗੁਰੂ ਮਹਾਰਾਜ ਜੀ ਦੇ ਦਰ ਤੇ ਆਏ ਹਾਂ ਤੇ ਸੱਚੇ ਸਤਿਗੁਰ ਦਾ ਗੁਰਬਾਣੀ ਦਾ ਜੋ ਗਿਆਨ ਹੈ ਉਹ ਪ੍ਰਾਪਤ ਕਰਨਾ ਹੈ। ਦਾਸ ਨੇ ਪ੍ਰਾਰੰਭਤਾ ਦੇ ਵਿੱਚ ਆਖਿਆ ਸੀ, ਸਭ ਤੋਂ ਵੱਡੀ ਸ਼ਰਤ ਹੈ ਨਾ ਜਿਹੜੀ, ਇਹ ਸਾਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਗਿਆਨ ਦੇ ਵਿੱਚ ਹੋਣੀ ਚਾਹੀਦੀ ਹੈ ਵੀ ਸੱਚੇ ਸਤਿਗੁਰ ਦੁਆਰਾ ਬਖਸ਼ਿਸ਼ ਕੀਤੀ